ਆਪ ਸਭ ਜੀ ਨੂੰ ਸਤਿ ਸ਼੍ਰੀ ਅਕਾਲ ਬੱਚੋ। ਜਮਾਤ 12ਵੀਂ ਦੀ ਪੁਸਤਕ ਹੈ ਕਥਾ ਜਗਤ, ਜਿਸ ਦੀ ਪਹਿਲੀ ਕਹਾਣੀ ਹੈ 3 ਦਿਨ ਦਾ ਬੇਈਮਾਨ, ਜੋ ਕਿ ਸਰਦਾਰ ਸਵਿੰਦਰ ਸਿੰਘ ਉੱਪਲ ਜੀ ਦੁਆਰਾ ਲਿਖੀ ਹੋਈ ਹੈ। ਬਹੁਤ ਹੀ ਸੋਹਣੀ ਕਹਾਣੀ ਹੈ। ਇਸ ਵਿੱਚ ਦੱਸਿਆ ਗਿਆ ਕਿ ਸਤਿੰਦਰ ਨਾਥ ਦਿੱਲੀ ਦੇ ਇੱਕ ਸਰਕਾਰੀ ਦਫ਼ਤਰ ਵਿੱਚ ਅਸਿਸਟੈਂਟ ਲੱਗਾ ਹੋਇਆ ਸੀ। ਆਪਣੇ ਪਰਿਵਾਰ ਸਮੇਤ ਕਿਰਾਏ ਦਾ ਮਕਾਨ ਲੈ ਕੇ ਰਹਿੰਦਾ ਸੀ। ਮਕਾਨ ਬਣਾਉਣ ਲਈ ਪਲਾਟ ਖਰੀਦੇ ਅਤੇ ਸਰਕਾਰ ਤੋਂ 8000 ਰੁਪਏ ਕਰਜ਼ਾ ਲੈ ਕੇ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ। ਮਕਾਨ ਬਣਾਉਣਾ ਹਰ ਬੰਦੇ ਦੀ ਖੁਸ਼ੀ ਹੁੰਦੀ ਹੈ, ਪਰ ਖਰਚਾ ਆਦਮੀ ਦਾ ਕਚੂਮਰ ਕੱਢ ਦਿੰਦਾ ਹੈ। ਇਹੋ ਹਾਲ ਸਤਿੰਦਰ ਸਿੰਘ ਦਾ ਸੀ। 2000 ਰੁਪਏ ਉਸ ਕੋਲ ਬੈਂਕ ਵਿੱਚ ਜਮ੍ਹਾਂ ਸਨ ਅਤੇ 8000 ਉਸਨੇ ਕਰਜ਼ਾ ਲਿਆ। 10000 ਵਿੱਚ ਮਕਾਨ ਬੜਾ ਸੋਚ ਸਮਝ ਕੇ ਬਣਾਉਣਾ ਚਾਹਿਆ, ਪਰ ਪੈਸੇ ਫਿਰ ਵੀ ਜਲਦੀ ਖਤਮ ਹੋ ਗਏ। ਪਰ ਪਤਨੀ ਦੀ ਇੱਛਾ ਦੀ ਸੀ ਕਿ ਸਾਹਮਣੇ ਇੱਕ ਮਕਾਨ ਬਣ ਰਿਹਾ ਸੀ, ਸੁਦੇਸ਼ ਹੋਰਾਂ ਦਾ ਬਹੁਤ ਸੋਹਣੀ ਕੋਠੀ ਬਣ ਰਹੀ ਸੀ, ਕਿ ਸਾਡਾ ਮਕਾਨ ਵੀ ਇਸ ਤਰ੍ਹਾਂ ਦਾ ਬਣੇ ਕਿ ਪੂਰੇ ਮੁਹੱਲੇ 'ਚ ਉਹਨਾਂ ਦੇ ਨਾਲ ਦਾ ਕੋਈ ਮਕਾਨ ਨਾ ਹੋਵੇ। ਪਰ ਸਤਿੰਦਰ ਨਾਥ ਨੇ ਦੱਸਿਆ ਕਿ ਉਹਨਾਂ ਦੀ ਕਮਾਈ ਦੀ ਕੋਈ ਹੱਦ ਨਹੀਂ ਹੈ, ਉਹ ਤਾਂ ਕਾਫੀ ਰਿਸ਼ਵਤ ਲੈਂਦਾ, ਪਰ ਪਤਨੀ ਨੂੰ ਇਹ ਵਿਚਾਰ ਚੰਗਾ ਨਹੀਂ ਸੀ ਲੱਗਦਾ। ਮਕਾਨ ਤਕਰੀਬਨ ਮੁਕੰਮਲ ਹੋ ਗਿਆ। ਦਰਵਾਜ਼ੇ ਅਲਮਾਰੀਆਂ ਉੱਤੇ ਸ਼ੀਸ਼ੇ ਚੜ੍ਹਾਉਣੇ ਅਤੇ ਬਾਹਰਲੀ ਟਿਪ ਟਾਪ ਦਾ ਕੰਮ ਰਹਿੰਦਾ ਸੀ, ਪਰ ਮਕਾਨ ਅੱਧ ਵਿਚਾਲੇ ਛੱਡਣਾ ਵੀ ਇੱਕ ਬੇਇੱਜ਼ਤੀ ਦਾ ਕੰਮ ਸੀ। ਸਤਿੰਦਰ ਨੇ ਦਫ਼ਤਰ ਛੁੱਟੀਆਂ ਲੈ ਕੇ ਮਕਾਨ ਕੋਲ ਖੜ੍ਹ ਕੇ ਤਿਆਰ ਕਰਵਾਇਆ। ਮਿਸਤਰੀ ਵੀ ਪੈਸੇ ਮੰਗ ਰਹੇ ਸਨ, ਕਹਿ ਰਹੇ ਸਨ ਕਿ ਜਾਂ ਤਾਂ ਪੈਸੇ ਦੇ, ਨਹੀਂ ਫਿਰ ਅਸੀਂ ਦੂਜਾ ਤਰੀਕਾ ਵਰਤਾਂਗੇ। ਇੱਟਾਂ ਵਾਲਾ ਕਹਿ ਰਿਹਾ ਹੈ ਕਿ ਪੈਸੇ ਹੁੰਦੇ ਨਹੀਂ ਲੋਕਾਂ ਕੋਲ, ਮਕਾਨ ਬਣਾਉਣ ਲੱਗ ਜਾਂਦੇ ਹਨ। ਤਾਂ ਕਿਤੋਂ ਬੜੀ ਮੁਸ਼ਕਿਲ ਨਾਲ ਉਸ ਨੂੰ ਆਪਣੀ ਡਾਕਖਾਨੇ ਦੀ ਕਾਪੀ ਲੱਭੀ, ਜਿਸ ਵਿੱਚ 25 ਰੁਪਏ ਸਨ, ਜਾਣੀ ਕਿ 25 ਰੁਪਏ। ਲੋੜ 'ਤੇ ਉਹ ਰੁਪਏ ਵੀ ਉਸਨੇ ਕਢਵਾ ਲੈਣਾ ਜ਼ਰੂਰੀ ਸਮਝੇ, ਜਿਸ ਵਿੱਚ ਡਾਕਖਾਨੇ ਜਾ ਕੇ ਹਿਸਾਬ ਦੀ ਤਬਦੀਲੀ ਲਈ ਫਾਰਮ ਭਰ ਕੇ ਦੇ ਦਿੱਤਾ। 1 ਹਫ਼ਤੇ ਮਗਰੋਂ ਜਦੋਂ ਕਾਪੀ ਮਿਲੀ ਤਾਂ ਉਸ ਵਿੱਚ 128 ਰੁਪਏ 50 ਪੈਸੇ ਦੀ ਰਕਮ ਚੜ੍ਹੀ ਹੋਈ ਦੇਖ ਕੇ ਹੈਰਾਨ ਰਹਿ ਗਿਆ। ਸੋਚਿਆ ਕਿ ਗਲਤੀ ਸ਼ੋਧਣ ਦੇ ਲਈ ਕਲਰਕ ਨੂੰ ਕਵੇ, ਪਰ ਮਾਈਕ ਔਕੜਾਂ ਨੂੰ ਦੇਖਦੇ ਹੋਏ ਉਹ ਚੁੱਪ ਕਰ ਗਿਆ। ਰਸਤੇ ਵਿੱਚ ਸੋਚਦਾ ਆ ਰਿਹਾ ਕਿ ਪੈਸਿਆਂ ਨਾਲ ਮਿਸਤਰੀ ਤੇ ਇੱਟਾਂ ਵਾਲੇ ਦਾ ਹਿਸਾਬ ਹੋ ਜਾਏਗਾ। ਘਰ ਪਹੁੰਚ ਕੇ ਪਤਨੀ ਨੂੰ ਦੱਸਣਾ ਚਾਹੁੰਦਾ ਹੈ, ਪਰ ਸੋਚਦਾ ਕਿ ਆਪਣੀ ਇਮਾਨਦਾਰੀ ਦੀ ਡਿੰਗਾ ਮੈਂ ਹਮੇਸ਼ਾ ਮਾਰਦਾ ਰਹਿੰਦਾ ਹਾਂ, ਪਰ ਮੈਂ ਬੇਈਮਾਨ ਕਿਸ ਤਰ੍ਹਾਂ ਬਣ ਜਾਵਾਂ। ਆਪਣਾ ਭੇਤ ਆਪ ਲੁਕਾਉਣ ਦਾ ਉਸਨੇ ਫੈਸਲਾ ਕਰ ਰਿਹਾ। ਸੋਚਣ ਲੱਗਿਆ ਕਿ ਉਸਨੂੰ ਚਾਹੀਦਾ ਹੈ ਕਿ ਡਾਕਖਾਨੇ ਦੇ ਬਾਬੂ ਨੂੰ ਦੱਸ ਦੇਵੇ, ਪਰ ਫਿਰ ਵੀ ਉਸਨੇ ਸਾਰਾ ਹਿਸਾਬ ਲਾ ਕੇ ਦੇਖਿਆ। 25 ਰੁਪਏ ਉੱਤੇ 3 ਰੁਪਏ 50 ਪੈਸੇ ਵਿਆਜ ਬਣਦੇ, ਯਾਨੀ ਕਿ 28 ਰੁਪਏ 50 ਪੈਸੇ, ਪਰ ਉਸਨੂੰ ਮਿਲ ਗਏ ਹਨ 128 ਰੁਪਏ 50 ਪੈਸੇ, ਯਾਨੀ ਕਿ 128 ਰੁਪਏ 50 ਪੈਸੇ ਮਿਲਣ ਕਰਕੇ ਉਸਨੂੰ ਲੱਗਾ ਕਿ 100 ਰੁਪਏ ਦੀ ਰਕਮ ਉਸ ਕੋਲ ਜ਼ਿਆਦਾ ਆ ਗਈ ਹੈ। ਫਿਰ ਉਸਨੇ ਸ਼ਨੀਵਾਰ ਦਾ ਦਿਨ ਸੀ, ਵਿੱਚ ਐਤਵਾਰ ਆਉਣ ਕਰਕੇ ਸੋਮਵਾਰ ਜਾਣ ਦਾ ਫੈਸਲਾ ਕੀਤਾ ਡਾਕਖਾਨੇ। ਪਰ ਉਸਨੇ ਦੇਖਿਆ ਕਿ ਦੋ ਚਿੱਤ ਹੋ ਰਿਹਾ ਕਿ ਇਸ ਨਾਲ ਮੇਰਾ ਹਿਸਾਬ ਕਿਤਾਬ ਵੀ ਨਿਬੜਦਾ ਹੈ ਜੇਕਰ ਮੈਂ ਇੱਟਾਂ ਵਾਲੇ ਅਤੇ ਮਿਸਤਰੀ ਨੂੰ ਦੇ ਦੇਵਾਂ। ਪਰ ਉਹ ਫਿਰ ਚੁੱਪ ਕਰ ਜਾਂਦਾ ਹੈ ਕਿ ਭਾਵੇਂ ਅਗਲੇ ਦਿਨ 1 ਤਰੀਕ ਸੀ, ਉਸਦੇ ਖਾਤੇ ਵਿੱਚ ਪੈਸੇ ਆਉਣੇ ਸੀ, ਪਰ ਪਹਿਲਾਂ ਹੀ ਖਰਚ ਮੂੰਹ ਅੱਡੀ ਖੜ੍ਹੇ ਸਨ। ਆਪਣੀ ਪਤਨੀ ਦੇ ਕਹਿਣ 'ਤੇ ਸਬਜ਼ੀ ਲੈਣ ਚਲਾ ਗਿਆ। ਸਬਜ਼ੀ ਵਿੱਚ ਵੀ ਗਲਤੀ ਨਾਲ ਸਬਜ਼ੀ ਵਾਲਾ ਉਸ ਤੋਂ 10 ਪੈਸੇ ਘੱਟ ਲੈ ਲੈਂਦਾ ਹੈ, ਤਾਂ ਉਸ ਵਿੱਚ ਵੀ ਉਹ ਆਪਣੀ ਜ਼ਮੀਰ ਨੂੰ ਸਮਝਦਾ ਹੈ ਕਿ 10 ਪੈਸੇ ਮੈਂ ਕੀ ਖਾਣ ਲੱਗਿਆ ਹਾਂ। ਇੱਕ ਰਾਤ ਨੂੰ ਉਸਨੂੰ ਸੁਪਨਾ ਆਉਂਦਾ ਕਿ ਪੁਲਿਸ ਉਸਨੂੰ ਪਕੜ ਕੇ ਲੈ ਗਈ। ਘਬਰਾ ਕੇ ਉੱਠ ਕੇ ਦੇਖਦਾ ਤਾਂ ਪਤਨੀ ਕੋਲ ਆਰਾਮ ਨਾਲ ਸੁੱਤੀ ਹੋਈ ਹੈ, ਪਰ ਉਹ ਫਿਰ ਰੁਕ ਗਿਆ, ਦੱਸਣਾ ਨਹੀਂ ਚਾਹਿਆ। ਅਗਲੇ ਦਿਨ ਸਵੇਰੇ ਦੇਖਦਾ ਕਿ ਉਸਦੇ ਲੜਕੇ ਨੂੰ ਤੇਜ਼ ਬੁਖਾਰ ਹੋ ਗਿਆ। ਫਿਰ ਉਹ ਸੋਚਦਾ ਕਿ ਉਸਦੇ 100 ਰੁਪਏ ਦੀ ਬੇਈਮਾਨੀ ਕਰਕੇ ਹੀ ਉਸਨੂੰ ਬੁਖਾਰ ਹੋਇਆ, ਉਸਦੇ ਬੱਚੇ ਨੂੰ। ਪਰ ਉਹ ਫਿਰ ਵੀ ਚੁੱਪ ਰਹਿੰਦਾ ਹੈ ਅਤੇ ਅਗਲੇ ਦਿਨ ਡਾਕਖਾਨੇ ਜਾਂਦਾ ਹੈ। ਬਾਬੂ ਕੋਲ ਉਸਨੂੰ ਜਾ ਕੇ ਦੱਸਦਾ ਕਿ ਤੁਸੀਂ ਮੈਨੂੰ ਗਲਤੀ ਨਾਲ 100 ਰੁਪਏ ਵੱਧ ਦੇ ਦਿੱਤੇ ਹਨ। ਪਰ ਕਲਰਕ ਨੇ ਦੱਸਿਆ ਕਿ ਇਹ ਗਲਤੀ 1.5 ਸਾਲ ਪਹਿਲਾਂ ਹੋਏ ਕਿਸੇ ਦੂਸਰੇ ਕਲਰਕ ਦੀ ਹੈ, ਜਿਸ ਨੇ ਉਸ ਦਾ ਬਕਾਇਆ ਠੀਕ ਨਹੀਂ ਸੀ ਕੱਢਿਆ ਅਤੇ 100 ਰੁਪਏ ਘੱਟ ਲਿਖ ਦਿੱਤੇ ਸਨ। ਇਹ ਸੁਣ ਕੇ ਸਤਿੰਦਰ ਦੀ ਘਬਰਾਹਟ ਦੂਰ ਹੋ ਗਈ, ਕਿਉਂਕਿ ਇਹ ਉਸ ਦਾ ਆਪਣਾ ਹੀ 100 ਰੁਪਇਆ ਸੀ, ਅਤੇ ਉਹ ਸੋਚਦਾ ਰਿਹਾ ਕਿ ਮੈਂ ਐਵੇਂ ਹੀ 3 ਦਿਨ ਦਾ ਬੇਈਮਾਨ ਬਣਿਆ ਰਿਹਾ। ਇਸ ਦੇ ਕੁਛ ਅਸੀਂ ਅਭਿਆਸ ਦੇ ਪ੍ਰਸ਼ਨ ਕਰ ਰਹੇ ਹਾਂ। 3 ਦਿਨ ਦਾ ਬੇਈਮਾਨ ਕਹਾਣੀ ਦਾ ਮੁੱਖ ਸਮੱਸਿਆ ਨਾਲ ਸੰਬੰਧਿਤ ਹੈ। ਕਿਸ ਮੁੱਖ ਸਮੱਸਿਆ ਨਾਲ? ਇਸ ਵਿੱਚ ਚਰਿੱਤਰ ਨੂੰ ਗਿਰਾਵਟ ਵੱਲ ਲਿਜਾਣ ਤੋਂ ਆਰਥਿਕ ਤੰਗੀ ਦੀ ਭੂਮਿਕਾ ਹੈ ਕਿ ਆਦਮੀ ਜਦੋਂ ਤੰਗ ਹੁੰਦਾ ਹੈ ਤਾਂ ਕਿਸ ਤਰ੍ਹਾਂ ਉਹ ਬੇਈਮਾਨੀਆਂ ਦੇ ਰਸਤੇ ਉੱਪਰ ਚੱਲ ਪੈਂਦਾ ਹੈ। ਦਫ਼ਤਰ ਵਿੱਚ ਅਸਿਸਟੈਂਟ ਦੀ ਨੌਕਰੀ ਕਰਦਿਆਂ ਉਸਦੀ ਤਨਖਾਹ ਇੰਨੀ ਨਹੀਂ ਸੀ ਉਹ ਆਪਣੀਆਂ ਲੋੜਾਂ ਨੂੰ ਸੁਖੱਲੇ ਤਰੀਕੇ ਨਾਲ ਪੂਰੀਆਂ ਕਰ ਸਕੇ। ਡਾਕਖਾਨੇ ਦੀ ਇੱਕ ਬੰਦ ਪਈ ਕਾਪੀ ਦੇ ਵਿੱਚ ਵੀ ਅਗਰ ਉਸਨੂੰ ਪੈਸੇ ਵੱਧ ਮਿਲੇ ਲੱਗਦੇ ਨੇ ਤਾਂ ਉਹ ਲੈਣਾ ਵੀ ਉਹ ਆਪਣੇ ਲਈ ਬੇਈਮਾਨੀ ਦਾ ਕੰਮ ਸਮਝਦਾ ਹੈ। ਅਤੇ ਇਸ ਸਮੱਸਿਆ ਅਨੁਸਾਰ ਇਹਨੂੰ ਉਹ
ਡਾਕਖਾਨੇ ਵਿੱਚ ਬਾਊ ਸਾਹਮਣੇ ਜਾ ਕੇ ਸਾਰੀ ਗੱਲ ਦੱਸਦਾ ਵੀ ਹੈ, ਪਰ ਦੱਸਿਆ ਹੈ ਕਿ ਕਿਸ ਤਰ੍ਹਾਂ ਇਨਸਾਨ ਆਰਥਿਕ ਸਮੱਸਿਆ ਤੋਂ ਜੂਝਦਾ ਹੋਇਆ ਬੇਈਮਾਨੀਆਂ ਵੱਲ ਚਲਾ ਜਾਂਦਾ ਹੈ। ਪ੍ਰਸ਼ਨ 2 ਹੈ, 3 ਦਿਨ ਦਾ ਬੇਈਮਾਨ ਕਹਾਣੀ ਦਾ ਨਾਇਕ ਕਿਸ ਮਾਨਸਿਕ ਦੁਵਿਧਾ ਦਾ ਸ਼ਿਕਾਰ ਸੀ ਔਰ ਬਾਹਰ ਕਿਵੇਂ ਨਿਕਲਿਆ? ਉਹ ਸ਼ਿਕਾਰ ਸੀ ਕਿ ਉਸ ਕੋਲੇ ਜੋ ਗਲਤੀ ਨਾਲ ਪੈਸੇ ਆਏ ਹਨ ਉਹ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਵਾਪਸ ਦੇਵੇ, ਕਿਉਂਕਿ ਅਗਰ ਉਹਨਾਂ ਨੂੰ ਵਾਪਸ ਦਿੰਦਾ ਹੈ ਤਾਂ ਉਸ ਦੇ ਘਰ ਦਾ ਖਰਚਾ ਨਹੀਂ ਨਿਕਲਦਾ। ਪਰ ਜੇਕਰ ਉਹ ਸੋਚਦਾ ਹੈ ਕਿ ਜੇਕਰ ਉਹ ਇਹਨਾਂ ਨੂੰ ਵਾਪਸ ਨਾ ਦੇਵੇ ਤਾਂ ਮਿਸਤਰੀਆਂ ਦਾ ਅਤੇ ਇੱਟਾਂ ਦਾ ਖਰਚਾ ਉਸ ਦਾ ਨਿਕਲਦਾ ਹੈ। ਪਰ ਉਹ ਇਹ ਵੀ ਸੋਚਦਾ ਹੈ ਕਿ ਜੇਕਰ ਮੈਂ ਨਾ ਦਿੱਤੇ ਉਸ ਨੂੰ ਭੇੜੇ ਸੁਪਨੇ ਆਉਂਦੇ ਹਨ, ਉਸ ਦਾ ਬੇਟਾ ਬਿਮਾਰ ਹੋ ਜਾਂਦਾ ਹੈ, ਤਾਂ ਉਸ ਦੇ ਦਿਮਾਗ ਵਿੱਚ ਬਹੁਤ ਗੰਦੇ ਗੰਦੇ ਖਿਆਲ ਵੀ ਆਉਂਦੇ ਹਨ। ਤਾਂ ਉਹ ਮਾਨਸਿਕ ਦੁਵਿਧਾ ਵਿੱਚ ਫਸ ਜਾਂਦਾ ਹੈ ਕਿ ਕਿਸ ਤਰ੍ਹਾਂ ਕਰਕੇ ਇਹ ਪੈਸੇ ਉਸ ਦੇ ਵਾਪਸ ਦਿੱਤੇ ਜਾਣ। ਇਸ ਤਰ੍ਹਾਂ ਸਤਿੰਦਰ ਨਾਥ ਜੋ ਇਮਾਨਦਾਰੀ ਦਾ ਪੱਲਾ ਫੜ ਕੇ ਦੁਵਿਧਾ ਵਿੱਚੋਂ ਬਾਹਰ ਨਿਕਲਦਾ ਹੈ ਕਿ ਅਸਲ ਵਿੱਚ ਉਸ ਨੂੰ ਪਤਾ ਲੱਗਦਾ ਕਿ ਗਲਤੀ ਕਲਰਕ ਦੀ ਹੀ ਸੀ ਅਤੇ ਪੈਸੇ ਉਸਦੇ ਹੀ ਹਨ, ਆਪਦੇ ਹੀ। ਪ੍ਰਸ਼ਨ 3 ਹੈ, ਮੱਧਵਰਗੀ ਪਰਿਵਾਰਾਂ ਵਿੱਚ ਮਨੁੱਖ ਕਿੰਨਾ ਆਰਥਿਕ ਤੰਗੀਆਂ ਦਾ ਸ਼ਿਕਾਰ ਹੁੰਦਾ ਹੈ? ਮੱਧਵਰਗੀ ਪਰਿਵਾਰਾਂ ਨੂੰ ਇੰਨੀ ਤਨਖਾਹ ਨਹੀਂ ਮਿਲਦੀ ਜਿਸ ਨਾਲ ਉਹ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕੇ। ਲੋੜੀਂਦਾ ਜ਼ਰੂਰਤਾਂ ਵੀ ਪੂਰੀਆਂ ਨਹੀਂ ਹੋ ਪਾਉਂਦੀਆਂ ਉਸ ਨਾਲ। ਬੱਚਤ ਘੱਟ ਹੁੰਦੀ ਹੈ ਅਤੇ ਕਰਜ਼ੇ ਉੱਤੇ ਜ਼ਿਆਦਾ ਨਿਰਭਰ ਰਹਿੰਦਾ ਹੈ। ਉਹ ਆਪਣੀ ਅਤੇ ਆਪਣੀ ਪਤਨੀ ਦੇ ਸੋਹਣਾ ਮਕਾਨ ਬਣਾਉਣ ਦੀ ਇੱਛਾ ਪੂਰੀ ਨਹੀਂ ਕਰ ਸਕਦਾ। ਉਸ ਦੇ ਮਕਾਨ ਵਿੱਚ ਕਈ ਜ਼ਰੂਰੀ ਕੰਮ ਸੀ ਜੋ ਅਜੇ ਵੀ ਵਿਚਾਲੇ ਰਹਿ ਗਏ ਹਨ, ਪਰ ਅਗਰ ਉਹਨਾਂ ਨੂੰ ਵਿਚਾਲੇ ਛੱਡਦਾ ਤਾਂ ਉਸ ਵਿੱਚ ਵੀ ਉਹ ਬੇਇੱਜ਼ਤੀ ਮਹਿਸੂਸ ਕਰਦਾ ਹੈ। ਉਸ ਦੇ ਬੱਚਿਆਂ ਦੀਆਂ ਲੋੜਾਂ ਦੇ ਘਰ ਦੀਆਂ ਹੋਰ ਜ਼ਰੂਰਤਾਂ ਵੱਲ ਵੇਖ ਕੇ ਅਤਿਅੰਤ ਪਰੇਸ਼ਾਨ ਹੁੰਦਾ ਹੈ। ਕਈ ਵਾਰ ਤਾਂ ਉਹ ਉਸ ਦਾ ਮਨ ਮਾਰਦਾ ਹੈ ਕਿ ਇਮਾਨਦਾਰ ਰਹਿਣ ਦੀ ਥਾਂ ਬੇਈਮਾਨ ਹੀ ਬਣ ਜਾਵੇ। ਇਸ ਦੇ ਕੁਝ ਛੋਟੇ ਉੱਤਰ ਵਾਲੇ ਪ੍ਰਸ਼ਨ ਹਨ। 3 ਦਿਨ ਦਾ ਬੇਈਮਾਨ ਕਹਾਣੀ ਦਾ ਲੇਖਕ ਹੈ ਸਵਿੰਦਰ ਸਿੰਘ ਉੱਪਲ। ਇਸ ਵਿੱਚ ਪਾਤਰ ਹਨ ਸਤਿੰਦਰ ਨਾਥ, ਊਸ਼ਾ, ਬੱਚਾ, ਮਿਸਤਰੀ, ਡਾਕਟਰ, ਡਾਕਖਾਨੇ ਦਾ ਬਾਊ। 3 ਦਿਨ ਦਾ ਬੇਈਮਾਨ ਕਹਾਣੀ ਵਿੱਚ ਕਿਹੜੇ ਦਿਨਾਂ ਵਿੱਚ ਵਾਪਰਦੀ ਹੈ? ਸ਼ਨੀਚਰਵਾਰ, ਐਤਵਾਰ ਅਤੇ ਸੋਮਵਾਰ। ਸਤਿੰਦਰ ਨਾਥ ਦੇ ਅੰਦਰ 3 ਦਿਨ ਕਿੰਨੇ ਸ਼ਕਤੀਆਂ ਵਿੱਚ ਘੋਲ ਚੱਲਦਾ ਰਿਹਾ ਇਮਾਨਦਾਰੀ ਅਤੇ ਬੇਈਮਾਨੀ ਦੇ ਵਿੱਚ? ਮਹੀਨਾ ਚੜ੍ਹਨ 'ਤੇ ਸਤਿੰਦਰ ਨਾਥ ਨੇ ਕਿਸ ਨੇ ਕਿੰਨੇ ਰੁਪਏ ਦੇਣੇ ਸਨ? ਸਤਿੰਦਰ ਨਾਥ ਨੇ 60 ਰੁਪਏ ਇੱਟਾਂ ਵਾਲੇ ਨੂੰ, 50 ਰੁਪਏ ਮਿਸਤਰੀ ਨੂੰ, 40 ਰੁਪਏ ਰੇਤੇ ਵਾਲੇ ਨੂੰ ਅਤੇ 40 ਰੁਪਏ ਚੂਨੇ ਵਾਲੇ ਅਤੇ 35 ਰੁਪਏ ਦੁਕਾਨਦਾਰ ਦੇ ਦੇਣੇ ਸਨ। ਪਹਿਲੀ ਤਰੀਕ ਆਉਂਦੇ ਹੀ ਦੇਖ ਕੇ ਸਤਿੰਦਰ ਨਾਥ ਦੀ ਪਤਨੀ ਉਸ ਨੂੰ ਆਪਣੀਆਂ ਲੋੜਾਂ ਦੱਸਦੀ ਕਿ ਉਸਨੇ ਮੁੰਡੇ ਲਈ ਠੰਡੇ ਕੱਪੜੇ ਅਤੇ ਬੂਟ, 2 ਸੂਤੀ ਕਮੀਜ਼ਾਂ, ਆਪਣੇ ਲਈ ਭੈਣ ਦੇ ਵਿਆਹ ਉੱਪਰ 60 ਰੁਪਏ ਨਾਲ ਲਿਆਉਣ ਦੀਆਂ ਲੋੜਾਂ ਦੱਸੀਆਂ। ਡਾਕਖਾਨੇ ਵਿੱਚ ਕੀ ਗਲਤੀ ਹੋਈ? 1.5 ਸਾਲ ਪਹਿਲਾਂ ਕਿਸੇ ਬਾਊ ਨੇ ਸਤਿੰਦਰ ਨਾਥ ਦੀ ਕਾਪੀ ਵਿੱਚ 100 ਰੁਪਏ ਘੱਟ ਲਿਖ ਦਿੱਤਾ ਸੀ ਅਤੇ ਹੁਣ ਉਹ ਗਲਤੀ ਕਰਕੇ ਠੀਕ ਹੋ ਗਿਆ ਸੀ ਅਤੇ ਉਸ ਨੂੰ ਉਹ ਪੈਸੇ ਮਿਲ ਗਏ। ਪਰ ਉਹ ਪੈਸੇ ਲੈ ਕੇ ਸੋਚਦਾ ਸੀ ਕਿ ਸ਼ਾਇਦ ਮੈਂ ਗਲਤ ਪੈਸੇ ਘਰ ਲੈ ਆਇਆ ਅਤੇ 3 ਦਿਨ ਨਾ ਦੱਸਣ ਕਰਕੇ ਆਪਣੇ ਆਪ ਨੂੰ 3 ਦਿਨ ਦਾ ਬੇਈਮਾਨ ਸਮਝਣ ਲੱਗ ਪਿਆ। ਧੰਨਵਾਦ।